ਆਬਾ ਸਾਹਿਬ ਜੀ ਇਹ ਮਾਈ ਦਾ ਮੂੰਹ ਹੈ ਨਾ ਜੀ ਅੱਜ ਮੇਰੇ ਹੱਥ ਦੇ ਵਿੱਚ ਹੈ। ਠੀਕ ਹੈ ਨਾ ਉਧਰੋਂ ਨਲਕਾ ਜਿਹੜਾ ਨਾ ਉਹ ਇਹਦੇ ਮੂੰਹ ਦੇ ਵਿੱਚ ਪਾ ਦਿਓ। ਜਦੋਂ ਇਹਦੇ ਮੂੰਹ ਦੇ ਵਿੱਚ ਆ ਜਾਵੇਗਾ ਜੀਭ ਛੱਡ ਦੇਵਾਂਗੇ। ਸਹੀ ਹੈ ਤੇ ਇਧਰ ਆ ਦੁਬਾਰਾ ਹੱਥ ਦੇ ਵਿੱਚ ਹੀ ਰੱਖਾਂਗੇ। ਅੱਛਾ ਹੱਥ ਵਿੱਚ ਹੀ ਰੱਖਣਾ ਹੱਥ ਵਿੱਚ ਹੀ ਰੱਖਣਾ ਹੈ। ਠੀਕ ਹੋ ਗਿਆ ਇਹ ਇੱਕ ਵਾਰੀ ਇਧਰ ਫਿਰ ਆ ਵੇਖੋ ਜੀ ਮੇਰੇ ਹੱਥ ਦੇ ਵਿੱਚ ਹੈ ਨਾ ਆ ਜੀ ਮੈਂ ਹੁਣ ਨਲਕਾ ਪਲਟ ਦਿੱਤਾ ਹੈ। ਠੀਕ ਹੋ ਗਿਆ ਆ ਵੇਖੋ ਠੀਕ ਹੈ ਆ ਵੇਖੋ ਇੱਥੇ ਆਰਾਮ ਨਾਲ ਜਾ ਰਿਹਾ ਨਾਲ। ਹਾਂ ਠੀਕ ਹੈ ਨਾ। ਤੇ ਇਹ ਜਿਹੜਾ ਮੱਝ ਦਾ ਮੂੰਹ ਹੈ ਮੂੰਹ ਕਿੰਨਾ ਕੁ ਰੱਖਣਾ ਚਾਹੀਦਾ ਜਿਹੜਾ ਪੋਜੀਸ਼ਨ ਦੱਸਿਓ ਕਿ ਇਹਦੇ ਤੋਂ ਨਾ ਉੱਤੇ ਹੋਏ ਨਾ ਇਹਦੇ ਤੋਂ ਥੱਲੇ ਹੋਏ। ਮੂੰਹ ਫੁੱਲ ਹੀ ਹੋਣਾ ਚਾਹੀਦਾ ਹੈ। ਫੁੱਲ ਤਾਨ ਹੋਣਾ ਚਾਹੀਦਾ। ਫੁੱਲ ਤਾਨ ਹੋਣਾ ਚਾਹੀਦਾ। ਠੀਕ ਹੋ ਗਿਆ। अस्सलाम वालेकुम ਜੀ ਵਾਲੇकुम अस्सलाम। भाईजान की हाल है ਤੁਹਾਡਾ? ਸ਼ੁਕਰ ਅੱਲਾਹ ਪਾਕ। ਕੀ ਨਾਂ ਹੈ ਮੇਰੇ ਵੀਰ ਦਾ? ਆਬਦ ਜੀ। ਆਬਾ ਸਾਹਿਬ ਕਿਹੜਾ ਇਲਾਕਾ ਕਿਹੜਾ ਪਿੰਡ ਕਿਹੜੀ ਜਗ੍ਹਾ ਤੋਂ ਆਏ ਹੋ? ਆਪਣਾ ਜੀ ਉਕਾੜਾ ਹੈ। ਉਕਾੜੇ ਤੋਂ ਕੋਈ ਖਾਸ ਜਗ੍ਹਾ ਦੱਸੋ। ਉਕਾੜਾ ਦੂਸਰਾ ਦਰਿਆ ਰਾਵੀ ਦੇ ਉੱਤੇ ਜੀ। ਦਰਿਆਈ ਰਾਵੀ ਦੇ ਉੱਤੇ। ਠੀਕ ਹੋ ਗਿਆ। ਅੱਛਾ ਕਿੰਨੀ ਦੇਰ ਤੋਂ ਮੱਝਾਂ ਪਾਲਣ ਮੱਝਾਂ ਰੱਖਣ ਤੇ ਮੱਝਾਂ ਵੇਚਣ ਵਚਾਉਣ ਦਾ ਕੰਮ ਕਰਦੇ ਹੋ ਪਏ? ਤਕਰੀਬਨ ਬਚਪਨ ਤੋਂ ਜੀ ਬਾਪ ਦਾਦਾ ਤੋਂ ਜਦੋਂ ਦੀ ਹੋਸ਼ ਸੰਭਾਲੀ ਇਸੇ ਕੰਮ ਦੇ ਵਿੱਚ। ਇਸੇ ਕੰਮ ਵਿੱਚ ਤੁਹਾਨੂੰ ਮੱਝਾਂ ਦੇ ਬਾਰੇ ਚ ਵੀ ਤਫਸੀਲਾਂ ਪੁੱਛਾਂਗੇ ਲੇਕਿਨ ਬਹੁਤ ਸਾਰੇ ਲੋਕ ਸਾਡੇ ਪਰੇਸ਼ਾਨ ਨੇ ਦੇਸੀ ਇਲਾਜ ਨੂੰ ਲੈ ਕੇ। ਜੀ ਠੀਕ ਹੈ ਸਭ ਤੋਂ ਪਹਿਲਾਂ ਦੱਸੋ ਕਿ ਮੱਝ ਜਿਹੜੀ ਧਰੂਈ ਜਾਂਦੀ ਹੈ ਜੀ ਬੱਚਾ ਸੁੱਟ ਦਿੰਦੀ ਹੈ ਬੱਚਾ ਖਰਾਬ ਕਰ ਦਿੰਦੀ ਹੈ ਉਹਦਾ ਕੀ ਇਲਾਜ ਕਰੀਏ? ਉਹਦਾ ਸਰ ਸਾਫ਼ ਕਰਨ ਵਾਸਤੇ ਉਹਨੂੰ ਗੁਲਕੰਦ ਤੇ ਦੁੱਧ ਤੇ ਦੂਸਰਾ ਜਵੈਣ ਤੇ ਬੱਗਾ ਜੀਰਾ ਤੇ ਸੁੰਡ ਤੇ ਇਸ ਕਿਸਮ ਦੇ ਉਹਨੂੰ ਜਿਹੜਾ ਨਾ ਕਾੜੇ ਦਿਓ ਅੰਦਰੋਂ ਬਿਲਕੁਲ ਸਾਫ਼ ਹੋ ਜਾਵੇਗੀ। ਕਾੜੇ ਦਿਓ ਜਾਂ ਕਾੜਾ ਦਵੋ? ਨਹੀਂ ਕਾੜਾ ਇੱਕ ਹੀ ਕਾੜਾ ਬਣੇਗਾ? ਨਹੀਂ ਦੋ ਤਿੰਨ ਦੇ ਲਓ ਇੱਕ ਦਿਨ ਛੱਡ ਯਾਨੀ ਇਹਨਾਂ ਚੀਜ਼ਾਂ ਦੇ 2-3 ਕਾੜੇ? 3 ਕਾੜੇ ਦੇ ਦਿਓ। ਅੱਛਾ ਹੁਣ ਕਿੰਨੀਆਂ ਚੀਜ਼ਾਂ ਵਿੱਚ ਸ਼ਾਮਿਲ ਕਰੀਏ? ਇਹ ਜੀ ਗੁਲਕੰਦ ਨਹੀਂ ਜਿਹੜੀਆਂ ਤੁਸੀਂ ਚੀਜ਼ਾਂ ਗਨਾਈਆਂ ਨੇ ਨਾ ਜੀ ਇਹਨਾਂ ਦੀ ਮਿਕਦਾਰ ਦੱਸੋ ਵੀ ਐਨੀ ਗੁਲਕੰਦ ਪਾ ਲਓ ਐਨਾ ਜੀਰਾ ਪਾ ਲਓ। ਗੁਲਕੰਦ ਹੋਵੇ ਜੀ। ਅੱਛਾ ਅੱਧਾ ਕਿਲੋ ਚੀਨੀ ਹੋਵੇ ਜੀ। ਠੀਕ ਹੈ। ਤੇ ਅੱਧ ਪਾ ਜੀਰਾ ਹੋਵੇ ਜੀ। ਠੀਕ ਹੈ। ਅੱਧ ਪਾ ਜਿਹੜੀ ਜਵੈਣ ਹੋਵੇ ਜੀ। ਠੀਕ ਹੈ। ਤੇ ਚਟਾਕੀ ਵਿੱਚ ਵੱਡੀ ਇਲਾਚੀ ਦੀ ਹੋਵੇ। ਅੱਛਾ ਇਹ ਮਿਕਸ ਕਰਕੇ ਦੁੱਧ ਦੇ ਵਿੱਚ ਉਬਾਲਾ ਦੇ ਕੇ ਤੁਹਾਨੂੰ ਠੰਡਿਆਂ ਕਰਕੇ ਨਲਕਿਆਂ ਨਾਲ ਉਹਦੇ ਅੰਦਰ ਕਰ ਦੇਣਾ ਹੈ। ਕਦੋਂ ਦੇਣਾ? ਇਹ ਜਦੋਂ ਬੱਚਾ ਸੁੱਟ ਜਾਵੇ ਤੁਹਾਨੂੰ ਪਤਾ ਵੀ ਹੁਣ ਬੱਚਾ ਸੁੱਟ ਗਿਆ ਅੰਦਰ ਸਾਫ਼ ਨਹੀਂ ਹੁੰਦਾ। ਦੇਣਾ ਚੌਥੇ ਪੰਜਵੇਂ ਦਿਨ ਦੇਣਾ? ਹਾਂਜੀ ਠੀਕ ਹੈ। ਦੇਣਾ ਕਦੋਂ ਹੈ? ਸਵੇਰ ਦੇ ਟਾਈਮ ਦੇਣਾ ਜਾਂ ਸ਼ਾਮ? ਨਹੀਂ ਰਾਤ ਨੂੰ ਸ਼ਾਮ ਨੂੰ ਪੱਠੇ ਛੱਟੇ ਖਾ ਲੈ ਪੱਠੇ ਛੱਟੇ ਖਵਾ ਕੇ ਤੇ ਪਾਣੀ ਛਾਣੀ ਡਾਹ ਕੇ ਫਿਰ ਦੇ ਕੇ ਤੁਹਾਨੂੰ ਸਾਈਡ ਤੇ ਬੰਨ ਦੇਣਾ। ਬਾਜ਼ਗਤ ਪਾਣੀ ਉਹਦੇ ਲੋਕ ਕਹਿੰਦੇ ਨੇ ਪਹਿਲੇ ਦਵੋ ਤੇ ਬਾਅਦ ਚ ਉਹਨੂੰ ਪਾਣੀ ਪਿਲਾਓ। ਨਹੀਂ ਪਹਿਲੇ ਪਾਣੀ ਪਿਲਾ ਲਓ। ਪਾਣੀ ਪੀਣ ਤੋਂ ਕਿੰਨੀ ਦੇਰ ਬਾਅਦ ਦਈਏ ਤਾਂ ਕਿ ਉਹਦਾ ਅਸਰ ਅੱਛਾ ਹੋਏ? ਪਾਣੀ ਪੀਣ ਤੋਂ ਬਾਅਦ 15-20 ਮਿੰਟ ਬਾਅਦ ਦੇ ਦਿਓ। 15 ਤੋਂ 20 ਮਿੰਟ ਬਾਅਦ? ਠੀਕ ਹੋ ਗਿਆ। ਅੱਛਾ ਇਹ ਜਿਹੜਾ ਤੁਸੀਂ ਇਲਾਜ ਦੱਸਿਆ ਇਹ ਤੁਹਾਡੀ ਨਜ਼ਰ ਵਿੱਚ ਗਰੰਟੀ ਵਾਲਾ ਇਲਾਜ ਹੈ? ਗਰੰਟੀ ਵਾਲਾ ਇਹ ਮੱਝ ਅੰਦਰੋਂ ਬਿਲਕੁਲ ਸਾਫ਼ ਹੋ ਜਾਂਦੀ ਦੁੱਧ ਤੇ ਆ ਜਾਂਦੀ ਜੀ। ਇਹ ਅਜ਼ਮਾ ਚੁੱਕੇ ਹੋ ਤੁਸੀਂ? ਜੀ ਅਜ਼ਮਾ ਚੁੱਕੇ ਹਾਂ। ਤੇ ਬਿਲਫਰਜ਼ ਅਗਰ ਕੋਈ ਬੰਦਾ ਇਹ ਇਲਾਜ ਕਰਦਾ ਹੈ ਇਹਦਾ ਕੋਈ ਉਲਟਾ ਨੁਕਸਾਨ ਤਾਂ ਨਹੀਂ ਹੋਏਗਾ? ਨਹੀਂ ਠੀਕ ਹੋ ਗਿਆ ਜ਼ਿੰਦਾਬਾਦ। ਅਗਲਾ ਇਲਾਜ ਇਹ ਦੱਸਿਓ ਕਿ ਮੱਝਾਂ ਲੋਕ ਲਿਆਂਦੇ ਨੇ ਇੱਕ ਇਲਾਕੇ ਤੋਂ ਦੂਸਰੇ ਇਲਾਕੇ 'ਚ ਲਿਆਂਦੇ ਨੇ ਉਹਨਾਂ ਨੂੰ ਕੁਝ ਮਸਾਇਲ ਪੇਸ਼ ਆਉਂਦੇ ਨੇ ਮੱਝ ਜਦੋਂ ਗੱਡੀ ਤੇ ਚਾੜੀ ਦੀ ਹੈ ਉਸ ਤੋਂ ਪਹਿਲੇ ਕੀ ਇhtiyat ਕਰੀਏ? ਕੁਝ ਖਵਾਉਣਾ ਚਾਹੀਦਾ ਉਹਨੂੰ ਤਾਂ ਕਿ ਦਾ ਸਫ਼ਰ? ਕੁਝ ਵੀ ਨਹੀਂ। ਉਹਨੂੰ ਜਦੋਂ ਗੱਡੀ ਤੇ ਉਹਨੂੰ ਲੱਦਣਾ ਹੈ ਨਾ ਉਹਨੂੰ ਇਹ ਵੀ ਜਗ੍ਹਾ ਪੱਧਰ ਹੋਵੇ। ਮਿੱਟੀ ਪਾ ਲਈਏ ਵਿੱਚ? ਨਹੀਂ ਮਿੱਟੀ ਨਹੀਂ ਜਗ੍ਹਾ ਪੱਧਰ ਹੋਵੇ ਜਿੱਥੋਂ ਮੱਝ ਲੱਦਣੀ ਗੱਡੀ ਜਿੱਥੇ ਲੱਦਣੀ ਜਗ੍ਹਾ ਪੱਧਰ ਹੋਵੇ। ਵਿੱਚ ਜਿਹੜੇ ਨੇ ਨਾ ਕੱਖ ਉਹ ਜ਼ਿਆਦਾ ਸੁੱਟੇ ਜਾਵਣ ਵੀ ਮਸਲਣ ਨਾ ਰਾਹ ਦੇ ਵਿੱਚ ਉਹਨਾਂ ਨੂੰ ਕੋਈ ਹਲਕਾ ਉਲਕਾ ਨਾ ਲੱਗੇ। ਤੇ ਜੇ ਅਗਰ ਮੱਝਾਂ ਸੂਈਆਂ ਹੋਈਆਂ ਨੇ ਜਦੋਂ ਉਹਨਾਂ ਨੂੰ ਲਾਹ ਲੈਂਦੇ ਜਦੋਂ 5 ਗ੍ਰਾਮ ਦਾ ਟੀਕਾ ਲਾ ਦਿਓ। ਮੈਂ ਸੁਣਿਆ ਕਿ ਮੱਝ ਚਾੜਨ ਲੱਗਿਆ ਵੀ 5 ਗ੍ਰਾਮ ਦਾ ਟੀਕਾ ਲਾਓ ਤੇ ਲਾਣ ਲੱਗਿਆ ਵੀ? ਨਹੀਂ ਉਹ ਤਾਂ ਕੋਈ ਨਹੀਂ ਲਾ ਵੀ ਲਾਓ ਤਾਂ ਠੀਕ ਹੈ ਨਾ ਵੀ ਲਾਓ ਤਾਂ ਕੋਈ ਮਸਲਾ ਨਹੀਂ। ਤੁਸੀਂ ਦੱਸ ਰਹੇ ਹੋ ਕਿ ਮੱਝ ਜਦੋਂ ਕਹਿੰਦੇ ਨੇ ਕਿ ਪਾਣੀ ਇਹਨੂੰ ਪਿਲਾ ਲਓ ਰਜਾ ਲਓ ਪੱਠੇ ਵੀ ਖਵਾ ਲਓ ਤੇ ਲੱਦਣ ਤੋਂ ਪਹਿਲੇ ਕਿੰਨੀ ਦੇਰ ਪਹਿਲੇ ਉਹਨੂੰ ਪਾਣੀ ਛਾਣੀ ਪੱਟੇ ਛੱਟੇ ਖਵਾਉਣੇ ਚਾਹੀਦੇ ਨੇ ਔਰ ਕਿੰਨੇ ਖਵਾਉਣੇ ਚਾਹੀਦੇ ਤਾਂ ਕਿ ਉਹਦਾ ਸਫ਼ਰ ਜਿਹੜਾ ਵੇ ਆਰਾਮ ਨਾਲ ਗੁਜ਼ਰ ਜਾਏ? ਪੱਠੇ ਜਿਹੜੀ ਗੱਬੜ ਮੱਝ ਉਹਨੂੰ ਦਰਮਿਆਨੇ ਖਵਾਉਣੇ ਚਾਹੀਦੇ ਨੇ। ਸੂਈ ਬਹੁਤਾ ਰੱਜ ਨਾ ਮਰਵਾਓ। ਸੂਈ ਨੂੰ ਜਿੰਨੇ ਮਰਜ਼ੀ ਖਵਾ ਦਿਓ। ਅੱਛਾ ਤੇ ਪਾਣੀ ਜਿਹੜਾ ਲੱਦਣ ਤੋਂ ਪਹਿਲੇ ਤੁਸੀਂ 5-10 ਮਿੰਟ ਉਹਨੂੰ ਪਿਲਾ ਕੇ ਤੇ ਗੱਡੀ ਵਿੱਚ ਚਾੜ ਦਿਓ ਕੋਈ ਮਸਲਾ ਨਹੀਂ ਹੁੰਦਾ। ਕਿੰਨੇ ਕੁ ਘੰਟੇ ਅਗਰ ਮੱਝ ਸਫ਼ਰ ਕਰਦੀ ਹੈ ਤੇ ਉਹਨੂੰ ਕੋਈ ਮਸਲਾ ਨਹੀਂ ਬਣਦਾ? ਯਾਨੀ ਤੁਸੀਂ ਕਹਿੰਦੇ ਹੋ ਯਾਰ 5 ਘੰਟੇ ਕਰੇ 6 ਘੰਟੇ ਕਰੇ ਕੋਈ ਮਸਲਾ ਨਹੀਂ ਬਣਦਾ ਇਹ ਤੋਂ ਉੱਤੇ ਜਾਏ ਤੇ ਫਿਰ ਕੋਈ ਤਾਂ ਬਿਮਾਰੀ ਦਾ ਮਸਲਾ ਹੋ ਸਕਦਾ? ਨਹੀਂ 6-7 ਘੰਟੇ ਤਾਂ ਆਰਾਮ ਨਾਲ ਮੱਝ ਸਫ਼ਰ ਕਰ ਜਾਂਦੀ ਕੋਈ ਮਸਲਾ ਨਹੀਂ ਬਣਦਾ। ਅੱਛਾ ਠੀਕ ਹੈ ਸਹੀ ਹੋ ਗਿਆ। ਮੱਝ ਹੁਣ ਅਸੀਂ ਲੈਂਦੀ ਏ ਮੱਝ ਨੂੰ ਲਾ ਲਿਆ ਉਹਨੂੰ ਕੀ ਲਾਈਏ ਸਭ ਤੋਂ ਪਹਿਲੇ? ਉਹਨੂੰ 5 ਗ੍ਰਾਮ ਦਾ ਟੀਕਾ ਲਾਓ। 5 ਗ੍ਰਾਮ ਦਾ ਇੱਕ ਹੀ ਟੀਕਾ ਲਾਣਾ ਜੀ ਇੱਕ ਹੀ। ਜੇ ਅਗਰ ਉਹ ਜ਼ਿਆਦਾ ਥਕਾਵਟ ਮਹਿਸੂਸ ਕਰ ਲਈ ਨਾਲ 40 ਲੱਖ ਦਾ ਵੀ ਲਾ ਦਿਓ। ਅੱਛਾ ਠੀਕ ਹੋ ਗਿਆ। ਤੇ ਕੁਝ ਲੋਕ ਕਹਿੰਦੇ ਨੇ ਕਿ ਮੱਝ ਨੂੰ ਜਦੋਂ ਲਾਈਏ ਤੇ ਉਹਨੂੰ ਫੌਰੀ ਤੌਰ ਤੇ ਕੋਈ ਪਾਣੀ ਛਾਣੀ ਨਹੀਂ ਪਿਲਾਉਣਾ ਚਾਹੀਦਾ ਤੁਹਾਡਾ ਕੀ ਖਿਆਲ? ਨਹੀਂ ਪਿਲਾਉਣਾ ਚਾਹੀਦਾ। ਕਿੰਨੀ ਕੁ ਦੇਰ ਬਾਅਦ ਪਾਣੀ ਪਿਲਾਈਏ? ਗਰਮੀ ਹੈ ਤਾਂ ਨਹੀਂ ਪਿਲਾਉਣਾ ਚਾਹੀਦਾ। ਕਿੰਨੀ ਕੁ ਦੇਰ ਬਾਅਦ ਪਿਲਾਈਏ? ਉਹਨੂੰ ਘੰਟੇ ਡੇਢ ਬਾਅਦ ਪਿਲਾ ਦਿਓ। ਠੀਕ ਹੋ ਗਿਆ। ਤੇ ਕੋਈ ਗੁੜ ਛੋੜ ਦੇਣਾ ਚਾਹੀਦਾ ਉਹਨੂੰ ਉਤਾਰ ਕੇ? ਨਹੀਂ ਪਹਿਲਣ ਨੂੰ ਤਾਂ ਗੁੜ ਨਹੀਂ ਦੇਣਾ ਚਾਹੀਦਾ ਜੀ। ਜੇ ਸੂਵਲ ਮੈਂ ਹੈ ਤੇ ਉਹਨੂੰ ਭਾਵੇਂ ਗੁੜ ਛੋੜ ਦੇ ਲਿਓ। ਸਾਡੇ ਇਲਾਕਾ ਸਿਆਲਕੋਟ ਇਲਾਕਾ ਵੇ ਔਰ ਇਹ ਸਾਰਾ ਗੁਜਨਾਲਾ ਸਿਆਲਕੋਟ ਵਜ਼ੀਰਾਬਾਦ ਪਸਰੂਰ ਸ਼ਕਰਗੜ੍ਹ ਨਾਰੋਵਾਲ इधर मझां आउंदियां ने तुहाडे इलाके चों नीली वाले इलाके चों अपना पुकाड़ वाले इलाके चों उधर दे ते इधर दे पट्ठे च की फर्क तुसीं महसूस करदे हो?
ਉਧਰ ਨਾਲ ਉਹ ਪੱਠੇ ਜਦੋਂ ਜਿਹੜੀਆਂ ਮੱਝਾਂ ਸੀ ਉਧਰੋਂ ਲਿਆ ਰਿਹਾ ਨਾ ਜੀ। ਉਹ ਇੱਥੇ ਵੱਧ ਰਹੀਆਂ ਨੇ। ਅੱਛਾ, ਯਾਨੀ ਪੱਠਾ ਜਿਹੜਾ ਵੇ ਉਹ ਉਹਦੇ ਨਾਲੋਂ ਇਹ ਚੰਗਾ ਹੈ, ਇਹ ਚੰਗਾ ਪਾਣੀ ਸਹਾਂਦਾ ਇਹਨਾਂ ਨੂੰ। ਹਾਂ, ਪਾਣੀ ਸੁਖਾਉਂਦਾ ਹੈ। ਉੱਥੇ ਕੀ ਪਾਉਂਦੇ ਹੋ ਇਹਨਾਂ ਨੂੰ ਤੇ ਇੱਥੇ ਕੀ ਪੈਂਦਾ ਹੈ? ਉੱਥੇ ਵੀ ਇਹਨਾਂ ਨੂੰ ਇਹ ਚਾਰਾ ਡਾਲ ਚਰੀ ਸ਼ਰੀ? ਹਾਂਜੀ, ਚਰੀ ਸ਼ਰੀ ਜਾਂ ਬਾਹਰ ਚੁਗ ਚੁਗ ਕੇ ਆ ਜਾਂਦੀਆਂ ਨੇ। ਜ਼ਿਆਦਾ ਚਰਾਉਂਦੇ ਨੇ ਉੱਥੇ? ਜ਼ਿਆਦਾ ਉੱਥੇ ਚੁਗਾਉਂਦੇ ਨੇ। ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਵੰਡੇ 'ਚ ਕਿਹੜੀ ਸ਼ੈ ਪਾਈਏ, ਜਿਹੜਾ ਵੰਡਾ ਐਸਾ ਵੰਡਾ ਦੱਸੋ ਕਿ ਮੱਝਾਂ ਦੇ ਵਾਰੇ ਨਿਆਰੇ ਹੋ ਜਾਣ, ਕਿ ਮੱਝਾਂ 'ਚ ਦੁੱਧੋਂ ਵੱਧ ਜਾਣ। ਮੱਝਾਂ ਨੂੰ ਜੀ ਦੂਸਰਾ ਖਲ ਅੱਛਾ, ਤੇ ਰੋਟੀਆਂ ਹਾਂ, ਇਹ ਪਾਉਣੀਆਂ ਚਾਹੀਦੀਆਂ। ਖਲ ਕਿਹੜੀ? ਖਲ ਹੈ ਜਿਹੜੀ ਦੂਸਰੀ ਵੰਡੇਵੇਂ ਵਾਲੀ। ਵੜੇਵੇਂ ਵਾਲੀ ਖਲ? ਇੱਕ ਕੌੜੀ ਖਲ ਵੀ ਹੁੰਦੀ ਹੈ? ਨਹੀਂ, ਕੌੜੀ ਨਹੀਂ, ਦੂਸਰੀ ਵੰਡੇਵੇਂ ਵਾਲੀ। ਵੜੇਵੇਂ ਵਾਲੀ ਖਲ। ਹਾਂਜੀ, ਤੇ ਨਾਲ ਦਲੀਆ ਜਿਹੜਾ ਹੈਗਾ, ਦਲੀਆ ਪਾ ਲਵੋ ਜੀ। ਅੱਛਾ, ਉਹਦੇ ਤੇ ਬਹੁਤ ਜ਼ਿਆਦਾ ਮੱਝਾਂ ਦੁੱਧ ਦਿੰਦੀਆਂ। ਉਹਦੇ ਨਾਲ ਫਿਰ ਇਹਦਾ ਦੁੱਧ ਵੱਧ ਜਾਂਦਾ ਹੈ? ਤੂੜੀ ਦੇ ਉੱਤੇ ਉਹਨਾਂ ਨੂੰ ਜਿਹੜਾ ਨਾ ਤੂੜੀ ਸਿੱਟ ਦਿੱਤੀ ਨਾ, ਤੇ ਵਿੱਚ ਪਾਣੀ ਚੰਗਾ ਖੁੱਲਾ ਛੱਡ ਕੇ ਉੱਤੇ ਉਹ ਫਿਰ ਪਲਟੀ ਗਿਆ, ਦੂਸਰਾ ਖਾਲ ਤੇ ਰੋਟੀਆਂ ਮਿਕਸ ਕਰਕੇ ਨਾ ਉਹ ਉੱਤੇ ਸੁੱਟੀ ਗਿਆ, ਮੱਝਾਂ ਛੱਡ ਕੇ ਉੱਤੇ ਚੋਈ ਜਾਓ, ਇਨਸ਼ਾਅੱਲਾ ਵਧਣਗੇ। ਠੀਕ ਹੋ ਗਿਆ। ਅੱਛਾ ਆਬਦ ਭਾਈ, ਅਹਿਮ ਮਸਲੇ ਜਿਹੜੇ ਨੇ, ਬੜੇ ਸਾਰੇ ਫਾਰਮਰ ਸਾਡੇ ਭਰਾ ਜਿਹੜੇ ਪਾਕਿਸਤਾਨ 'ਚ ਵੀ ਬੈਠੇ ਨੇ, ਬਲਕਿ ਬਾਹਰੋਂ ਵੀ ਸਾਨੂੰ ਫੋਨ ਕਰਦੇ ਨੇ, ਉਹ ਕਹਿੰਦੇ ਨੇ ਜੀ ਸਾਡੀਆਂ ਮੱਝਾਂ ਦੇ ਜਿਹੜੇ ਥਣ ਨੇ ਨਾ ਉਹ ਖਰਾਬ ਹੁੰਦੇ ਨੇ। ਸਭ ਤੋਂ ਪਹਿਲੇ ਦੱਸੋ ਕਿ ਸਾੜੂ ਕਿਉਂ ਹੋ ਜਾਂਦਾ, ਥਣ ਕਿਉਂ ਖਰਾਬ ਹੋ ਜਾਂਦੇ ਨੇ? ਕੀ ਖੁਰਾਕ ਦਾ ਕੋਈ ਮਸਲਾ ਹੈ? ਜੇ ਖੁਰਾਕ ਦਾ ਵੀ ਮਸਲਾ ਹੁੰਦਾ ਹੈ, ਜ਼ਿਆਦਾ ਵੰਡ ਪਾ ਦੇਵਣ ਜੀ, ਤਦ ਮੱਝ ਗਰਮ ਹੋਊਗੀ, ਤਦ ਵੀ ਸਾੜੂ ਕਰ ਜਾਂਦੀ। ਜਾਂ ਥਣਾਂ ਦੇ ਵਿੱਚ ਦੁੱਧ ਰਹਿ ਗਿਆ, ਸਵਾਰ ਕੇ ਚੁਆਈ ਨਾ ਹੋਈ, ਤਦ ਸਾੜੂ ਕਰ ਜਾਂਦੀ ਹੈ ਜੀ। ਜਾਂ ਗੱਬਣ ਦੇ ਥਣਾਂ ਦੇ ਵਿੱਚ ਜਿਹੜਾ ਗੱਬਣਾ ਸਾੜੂ ਮੱਝਾਂ ਮਾਰ ਜਾਂਦੀਆਂ ਨੇ, ਸੂ ਕੇ ਵੀ ਸਾੜੂ ਮਾਰ ਜਾਂਦੀਆਂ ਨੇ ਗਰਮੀ ਦੀ ਵਜ੍ਹਾ ਤੋਂ। ਜਦੋਂ ਹੀ ਉਹ ਤੁਸੀਂ ਵੇਖੋ ਨਾ ਕਿ ਆ ਛਿੱਡੀ ਆਈ ਹੈ, ਮੈਂ ਇਹਨੇ ਸਾੜੂ ਮਾਰਿਆ, ਉਹ ਛਿੱਡੀਆਂ ਆਉਂਦੀਆਂ ਨੇ ਵਿੱਚ। ਛਿੱਡੀਆਂ ਕਹਿੰਦੀਆਂ ਹੁੰਦੀਆਂ? ਛਿੱਡੀਆਂ ਸਫੈਦ ਵੀ ਆਉਂਦੀਆਂ ਨੇ, ਕਈਆਂ ਕਿਸਮਾਂ ਦੀਆਂ ਆਉਂਦੀਆਂ। ਅੱਛਾ, ਜਿਹਨੂੰ ਛਿਛੜੇ ਆਂਦੇ? ਹਾਂਜੀ, ਜਦੋਂ ਛਿਛੜਾ ਆ ਜਾਵੇ ਨਾ, ਉਦੋਂ ਪਤਾ ਚੱਲ ਜਾਂਦਾ ਕਿ ਮੇਰੀ ਮੈਂ ਸਾੜੂ ਕਰ ਗਈ। ਉਹਨੂੰ ਫੌਰਨ ਦੜ ਮਿਰਚਾਂ ਤੇ ਇਹ ਜਿਹੜਾ ਤੇਲ ਹੈ ਜੀ, ਕਿਹੜਾ ਸਰੋਂ ਦਾ? ਅਸਰ ਹੁੰਦਾ ਇਹਦੇ ਵਿੱਚ, ਉਹਨੂੰ ਜਿਹੜਾ ਨਾ ਹੱਲ ਕਰਕੇ ਨਾ ਤੇ ਉਹ ਪੁੜੀਆਂ ਬਣਾ ਕੇ ਤੇ ਉਹਦੇ ਅੰਦਰ ਦੇ ਦਿਓ। ਤੇ ਕਿੰਨੀਆਂ ਪੁੜੀਆਂ ਬਣਾਉਣੀਆਂ ਨੇ? ਮਸਲਨ ਅੱਧ ਪਾ ਮਿਰਚਾਂ ਤੇ ਅੱਧ ਪਾ ਤੇਲ। ਤੇ ਉਹ ਇੱਕ ਪੁੜੀ ਬਣ ਜਾਏਗੀ? ਦੋ ਬਣਨ, ਤਿੰਨ ਬਣਾ ਲਓ। ਤਿੰਨ ਬਣਾ ਕੇ ਫਿਰ ਪੁੜੀ ਤਾਂ ਨਹੀਂ ਨਾਲ ਕਿ ਅਖਬਾਰ 'ਚ ਪਾ ਕੇ ਦੇਣਾ? ਅਖਬਾਰ ਵਿੱਚ ਪਾ ਕੇ ਦੇਣਾ। ਉਹ ਤੇਲ ਤੇ ਮਿਰਚਾਂ ਪੈਕਟ ਖੋਲ ਕੇ ਕਿਸੇ ਚੀਜ਼ ਦੇ ਵਿੱਚ ਰੱਖ ਲੈਣਾ, ਬਰਤਨ ਦੇ ਵਿੱਚ। ਤੂੰ ਤੇਲ ਪਾ ਦਿੱਤਾ, ਉਹਨੂੰ ਚਮਚ ਦੇ ਨਾਲ ਹੱਲ ਕਰ ਲਿਆ। ਉਹ ਜਿਹੜੀਆਂ ਇਹ ਦਾਦੜ ਮਿਰਚ ਦੱਸ ਰਹੇ ਹੋ ਜੀ? ਦਾਦੜ ਮਿਰਚਾਂ ਜਿਹੜੀਆਂ ਨਾ ਤੇਲ ਪੀ ਜਾਂਦੀਆਂ ਨੇ ਜੀ, ਮਸਲਨ ਚੂਸ ਜਾਂਦੀਆਂ ਨੇ, ਜਜ਼ਬ ਹੋ ਜਾਂਦਾ ਮਿਰਚਾਂ ਦੇ ਵਿੱਚ। ਉਹ ਫਿਰ ਅਖਬਾਰ ਦੇ ਵਿੱਚ ਲਪੇਟ ਕੇ ਤੇ ਉਹਨੂੰ ਦੇ ਦਿਓ। ਸੁਬਹ ਚੋਇਆ ਕੋਈ ਫਰਕ ਮਹਿਸੂਸ ਹੋਇਆ ਤੇ ਠੀਕ ਹੈ, ਨਹੀਂ ਹੋਇਆ ਤਾਂ ਸਵੇਰੇ ਫਿਰ ਦੇ ਦਿਓ, ਇਨਸ਼ਾਅੱਲਾ ਠੀਕ ਹੋ ਜਾਏਗਾ। ਯਾਨੀ ਇਹ 8 ਪੈਰ ਦੇ ਆਈਆਂ 2 ਦਿਨ ਦੇ ਤੇ ਆਰਾਮ ਆ ਜਾਏਗਾ? ਆਰਾਮ ਆ ਜਾਏਗਾ ਇਨਸ਼ਾਅੱਲਾ ਠੀਕ। ਅੱਛਾ ਵੇਖੋ ਨਾ, ਥਣ ਜਿਹੜਾ ਵੇ ਉਹ ਇੱਕ ਅਹਿਮ ਚੀਜ਼ ਹੈ। ਜਦੋਂ ਮੱਝ ਦਾ ਥਣ ਹੀ ਨਹੀਂ ਰਹਿਣਾ ਤੇ ਪਿੱਛੇ ਮੱਝ ਕਿਹੜੀ ਰਹਿਣੀ ਹੈ? ਲੱਖਾਂ ਦੀ ਮੱਝ ਜਿਹੜੀ ਉਹ ਕੱਖਾਂ ਦੀ ਹੋ ਜਾਂਦੀ ਹੈ। ਬਿਲਕੁਲ। ਹੁਣ ਲੋਕ ਇਹ ਕਹਿੰਦੇ ਨੇ ਕਿ ਬਹੁਤਾ ਵੰਡਾ ਪਾਣ ਨਾਲ, ਜਾਂ ਜਿਸ ਤੁਸੀਂ ਵੀ ਦੱਸਿਆ ਖਲ ਪਾਣ ਨਾਲ, ਜਾਂ ਇਹ ਕਹਿੰਦੇ ਨੇ ਕਿ ਕੋਈ ਖੁਰਾਕ ਦਾ ਮਾਮਲਾ ਵਾਧਾ ਘਾਟਾ ਹੋ ਜਾਂਦਾ ਤੇ ਸਾੜੂ ਮਾਰ ਜਾਂਦੀ ਹੈ। ਉਹ ਵੰਡੇ ਦਾ ਹੀ ਹੁੰਦਾ, ਹੋਰ ਕੋਈ ਮਸਲਾ ਨਹੀਂ ਹੁੰਦਾ। ਅੱਛਾ, ਜਦੋਂ ਖੁਰਾਕ ਉਹਨੂੰ ਪਾਣੀ ਹੈ ਔਰ ਸਾਨੂੰ ਪਤਾ ਲੱਗਦਾ ਪਿਆ ਕਿ ਮੱਝ ਜਿਹੜੀ ਉਹ ਹੀਟ ਚ ਆਉਂਦੀ ਹੈ ਪਈ, ਯਾਨੀ ਜ਼ਿਆਦਾ ਉਹਨੂੰ ਖੁਸ਼ਕ ਲੱਗਦੀ ਹੈ ਖੁਰਾਕ, ਜਾਂ ਮਸਲਾ ਬਣਦਾ ਪਿਆ, ਤੇ ਫੌਰੀ ਤੌਰ ਤੇ ਪਹਿਲੇ ਕੀ ਕਰੀਏ ਜਿਹੜਾ ਸਾੜੂ ਦਾ ਸੀ ਉਹਨੂੰ ਖਰਾਬ ਹੋਣ ਤੋਂ ਪਹਿਲੇ ਸਹੀ ਕਰ ਲਈਏ? ਸਾੜੂ ਮੱਝਾਂ ਪਤਾ ਸਰ ਕਿਉਂ ਮਾਰਦੀਆਂ ਨੇ? ਬਾਦੀ ਦੀ ਵਜ੍ਹਾ ਤੋਂ। ਅੱਛਾ, ਬਾਦੀ ਦਾ ਹੱਲ ਹੈ। ਬਾਦੀ ਤੇ ਇੱਕ ਵਜ੍ਹਾ ਹੋਈ ਨਾ, ਹੋਰ ਵੀ ਬਹੁਤ ਸਾਰੀਆਂ ਵਜੂਹਾਤ ਹੋਣਗੀਆਂ। ਜੋ ਵੀ ਵਜ੍ਹਾ ਪੈਦਾ ਹੁੰਦੀ ਬਾਦੀ ਦੀ ਵਜ੍ਹਾ ਤੋਂ ਹੁੰਦੀ। ਅੱਛਾ, ਯਾਨੀ ਬਾਦੀ ਹੁੰਦੀ ਹੈ ਤੇ ਫਿਰ ਸਾੜੂ ਹੁੰਦਾ ਜੀ? ਫਿਰ ਸਾੜੂ ਹੁੰਦਾ, ਫਿਰ ਜੋ ਵੀ। ਤੇ ਫਿਰ ਬਾਦੀ ਦਾ ਕੀ ਇਲਾਜ ਕਰੀਏ? ਬਾਦੀ ਦਾ ਇਲਾਜ ਇਹ ਹੈ ਜੀ ਕਿ ਉਹਨਾਂ ਨੂੰ 8ਵੇਂ ਦਿਨ 10ਵੇਂ ਦਿਨ ਮਹੀਨੇ ਬਾਅਦ ਉਹਨਾਂ ਨੂੰ ਮਸਾਲਾ ਦੇਣਾ ਚਾਹੀਦਾ। ਮਸਾਲਾ ਕਿਹੜਾ ਦਈਏ? ਉਹਦੇ ਚ ਕੀ ਸ਼ਾਮਲ ਹੋਏ? ਮਸਾਲਾ ਦਿਓ ਤੁਸੀਂ ਸਰ ਅਦਰਕ ਤੇ ਸਾਵੀਆਂ ਮਿਰਚਾਂ ਤੇ ਗੰਢੇ ਤੇ ਕਾਲੀਆਂ ਮਿਰਚਾਂ, ਇਸ ਤਰ੍ਹਾਂ ਕਰਕੇ ਤੇ ਜੀਰੀ, ਜਵੈਣ, ਸੁੰਡ, ਇਹ ਤੁਸੀਂ ਮਸਾਲਾ ਬਣਾ ਕੇ 10ਵੇਂ ਦਿਨ 12ਵੇਂ ਦਿਨ ਹਫਤੇ ਡੇਢ ਬਾਅਦ ਤੁਸੀਂ ਦਿੱਤੀ ਰੱਖੋ, ਇਨਸ਼ਾਅੱਲਾ ਕੁਝ ਵੀ ਨਹੀਂ ਹੋਵੇਗਾ। ਯਾਨੀ ਅਗਰ ਮੱਝ ਨੂੰ ਲਗਾਤਾਰ ਮਸਾਲੇ ਦਿੱਤੇ ਜਾਣ ਜੀ ਤੇ ਤੁਹਾਡੀ ਨਜ਼ਰ 'ਚ ਸਾੜੂ ਨਹੀਂ ਹੋਏਗਾ? ਨਹੀਂ ਹੋਏਗਾ। ਸਾੜੂ ਜਦੋਂ ਹੋ ਜਾਂਦਾ ਹੈ ਜੀ, ਉਹਦਾ ਇਲਾਜ ਮੁਮਕਿਨ ਹੈ? ਇਲਾਜ ਤਾਂ ਤੁਹਾਨੂੰ ਦੱਸਿਆ ਹੈਗਾ, ਹੋ ਜਾਂਦਾ। ਨਹੀਂ, ਉਹ ਇੱਕ ਤੁਹਾਨੂੰ ਦੱਸਿਆ, ਬਾਅਦ ਕਹਿੰਦੇ ਨੇ ਕਿ ਸਾੜੂ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਹੁਣ ਦਾ ਇਲਾਜ ਨਹੀਂ ਹੋ ਸਕਦਾ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾੜੂ ਇਲਾਜ ਹੈ। ਨਹੀਂ, ਹੋ ਜਾਂਦਾ ਸਰ, ਸਾਡੇ ਤੇ ਤਜਰਬੇ ਨੇ ਕਿ ਅਸੀਂ ਕੀਤਾ, ਕਾਲੀਆਂ ਮਿਰਚਾਂ ਨਹੀਂ। ਤਜਰਬੇ ਉਹ ਦੱਸਣੇ ਜੇ ਵੀਰ ਮੇਰੇ, ਤਜਰਬੇ ਉਹ ਦੱਸਣੇ ਨੇ ਕਿ ਸਾਡੇ ਲੋਕ ਇੰਨੇ ਕਿ ਪਰੇਸ਼ਾਨ ਨੇ, ਹਰ ਬੰਦਾ ਹੀ ਜਿਹੜਾ ਨਾ ਥਣ ਕਰਕੇ ਥਣ ਘਰ ਛੜਿਆ ਸਾਨੂੰ ਪੁੱਛ ਕੇ ਉਹਨਾਂ ਨੇ। ਕਾਲੀ ਮਿਰਚ ਤੇ ਡਾਲਟਾ ਘਿਓ, ਅੱਛਾ ਠੀਕ ਹੈ ਨਾ, ਪਾਈਆ ਇਹ ਹੋਵੇ, ਛਟਾਕੀ ਕਾਲੀ ਮਿਰਚਾਂ ਦੀ ਹੋਵੇ, ਉਹਦੇ ਵਿੱਚ ਜਿਹੜਾ ਨਾ ਉਹਨੂੰ ਤੜਕ ਕੇ ਜੀ ਤੇ ਨਾਲ ਦੇ ਵਿੱਚ ਪਾ ਕੇ ਉਹ ਦੇ ਦਿਓ, ਇਨਸ਼ਾਅੱਲਾ ਉਹਦੇ ਨਾਲ ਵੀ ਠੀਕ ਹੋ ਜਾਵੇਗਾ। ਤੇ ਬਾਜ਼ੂਕਤ ਨਾਲ ਦੇ ਨਾਲ ਚੀਜ਼ ਦਿੰਦਿਆਂ ਮੱਝ ਨੂੰ ਉਹ ਤਾਲੂ ਤੇ ਜਾ ਲੱਗਦਾ, ਜਿਹਨੂੰ ਕਹਿੰਦੇ ਨਾ ਥਰੂ ਹੋ ਗਿਆ, ਉਦੋਂ ਤੋਂ ਕਿਸ ਤਰ੍ਹਾਂ ਬਚਾਈਏ ਉਹਨੂੰ? ਉਹ ਚੈੱਕ ਕਰਕੇ ਜਦੋਂ ਮੂੰਹ ਮੱਝ ਦਾ ਪਕੜਨਾ ਨਾ, ਉਦੋਂ ਜਿਹੜੀ ਜੀਭ ਹੈ ਤੁਹਾਡੀ, ਇਹ ਤੁਹਾਡੇ ਹੱਥ ਦੇ ਵਿੱਚ ਹੋਵੇ, ਜਦੋਂ ਤੁਸੀਂ ਨਲਕਾ ਉਹਦੇ ਅੰਦਰ ਪੜਦੇ ਜੇ, ਉਦੋਂ ਤੁਸੀਂ ਜੀਭ ਛੱਡ ਦਿਓ, ਕੁਝ ਵੀ ਨਹੀਂ ਹੋਵੇਗਾ। ਯਾਨੀ ਅਗਰ ਜੀਭ ਨੂੰ ਫੜ ਲਿਆ ਜਾਏ ਤੇ ਫਿਰ ਤਾਲੂ ਨੂੰ ਨਹੀਂ ਜਾ ਕੇ ਲੱਗਦਾ, ਅਥਰੂ ਨਹੀਂ ਉਤਰਦਾ ਉਹਦਾ। ਕੀ ਬਾਤ ਹੈ, ਕੀ ਬਾਤ ਹੈ, ਜ਼ਬਰਦਸਤ।
ਤੇ ਜੀਭ ਨੂੰ ਫੜ ਕੇ ਤੇ ਉਹ ਨਾਲ ਉਹਦੇ ਅੰਦਰ ਸੁੱਟਣੀ ਹੈ ਜੀ। ਅੱਛਾ ਕੁਝ ਜਦੋਂ ਲੋਕ ਨਾਲ ਅੰਦਰ ਛੱਡ ਦੇਣੀ ਉਦੋਂ ਜੀਭ ਛੱਡ ਦਿਓ, ਫਿਰ ਉਹ ਜੀਭ ਦੇ ਉੱਤਰ ਨਾਲ ਚਲੀ ਜਾਂਦੀ ਹੈ ਨਾ, ਹਾਂ ਫਿਰ ਉਹ ਥੱਲੇ ਨਹੀਂ ਜਾਏਗੀ, ਫਿਰ ਉਹਨੂੰ ਅਥਰੂ ਨਹੀਂ ਆਉਂਦਾ। ਕੁਝ ਲੋਕ ਕਹਿੰਦੇ ਨੇ ਕਿ ਨਾਲ ਜਦੋਂ ਲੋਕ ਲੈਂਦੇ ਨੇ ਸਮਝਦੇ ਨੇ ਡੰਗਰ ਵੱਡਾ ਹੈ ਤੇ ਉਹ ਬਹੁਤਾ ਉਹਦੇ ਵਿੱਚ ਮਸਾਲਾ ਪਾ ਲੈਂਦੇ ਨੇ, ਉਹਦੇ ਨਾਲ ਵੀ ਅਥਰੂ ਹੋ ਜਾਂਦਾ ਹੈ। ਨਹੀਂ ਉਹ ਤਾਂ ਦੇਵਣ ਦਾ ਹੁੰਦਾ ਨਾ, ਕੋਈ ਕਾਰੀਗਰ ਬੰਦਾ ਹੋਵੇ ਉਹਨੂੰ ਦੇਣ ਦਾ ਤਜਰਬਾ ਹੋਣਾ ਚਾਹੀਦਾ ਹੈ ਭਾਈ। ਅਥਰੂ ਜਿਹੜਾ ਨਾ ਉਹ ਤੁਸੀਂ ਇੰਜ ਸੱਟਦੇ ਹੋ ਤਾਂ ਉਵੇਂ ਮੂੰਹ ਪਲਟ ਕੇ ਸੱਟਦੇ ਹੋ ਤਾਂ ਫਿਰ ਤਾਂ ਅਥਰੂ ਜਾਵੇ। ਜਿਹੜੀ ਮੂੰਹ ਦੀ ਪੋਜੀਸ਼ਨ ਜਿਹੜੀ ਹੈ ਇਹ ਹੱਥ ਨਾਲ ਦੱਸਿਓ ਨਾ ਕਿ ਮੂੰਹ ਕਿੱਥੇ ਉਹਦਾ ਹੈ। ਫਾਰ ਐਗਜ਼ਾਮਪਲ ਇਹ ਮੱਝ ਦਾ ਮੂੰਹ ਹੈ, ਠੀਕ ਹੈ, ਇਹ ਮੱਝ ਦੇ ਕੋਲ ਹੀ ਆਇਓ ਜ਼ਰਾ ਇੱਕ ਮਿੰਟ ਜੀ। ਆਬਾ ਸਾਹਿਬ ਜੀ ਇਹ ਮੱਝ ਦਾ ਮੂੰਹ ਹੈ ਨਾ ਜੀ, ਅੱਜ ਹੀ ਮੇਰੇ ਹੱਥ ਦੇ ਵਿੱਚ ਹੈ, ਠੀਕ ਹੈ ਨਾ। ਉਧਰੋਂ ਨਲਕਾ ਜਿਹੜਾ ਨਾ ਉਹ ਇਹਦੇ ਮੂੰਹ ਦੇ ਵਿੱਚ ਪਾ ਦਿਓ, ਜਦੋਂ ਇਹਦੇ ਮੂੰਹ ਦੇ ਵਿੱਚ ਆ ਜਾਵੇਗਾ ਜੀਭ ਛੱਡ ਦੇਵਾਂਗੇ। ਸਹੀ ਹੈ। ਤੇ ਇਧਰ ਦੁਬਾਰਾ ਹੱਥ ਦੇ ਵਿੱਚ ਹੀ ਰੱਖਾਂਗੇ। ਅੱਛਾ ਹੱਥ ਵਿੱਚ ਹੀ ਰੱਖਣਾ ਹੈ, ਹੱਥ ਵਿੱਚ ਹੀ ਰੱਖਣਾ ਹੈ। ਠੀਕ ਹੋ ਗਿਆ। ਇਹ ਇੱਕ ਵਾਰੀ ਜਰਾ ਫੇਰ ਆ ਵੇਖੋ ਜੀ, ਮੇਰੇ ਹੱਥ ਦੇ ਵਿੱਚ ਹੈ ਨਾ, ਆ ਜੀ ਮੈਂ ਹੁਣ ਨਲਕਾ ਪਲਟ ਦਿੱਤਾ ਹੈ, ਠੀਕ ਹੋ ਗਿਆ। ਆ ਵੇਖੋ ਜੀ, ਠੀਕ ਹੈ, ਆ ਵੇਖੋ ਇੱਥੇ ਆਰਾਮ ਨਾਲ ਜਾ ਰਿਹਾ ਨਾਲ। ਹਾਂ ਠੀਕ ਹੈ ਨਾ। ਤੇ ਇਹ ਜਿਹੜਾ ਮੱਝ ਦਾ ਮੂੰਹ ਹੈ, ਮੂੰਹ ਕਿੰਨਾ ਕੁ ਰੱਖਣਾ ਚਾਹੀਦਾ? ਜਿਹੜਾ ਪੋਜੀਸ਼ਨ ਦੱਸਿਓ ਕਿ ਇਹਦੇ ਤੋਂ ਨਾ ਉੱਤੇ ਹੋਏ ਨਾ ਇਹਦੇ ਤੋਂ ਥੱਲੇ ਹੋਏ। ਮੂੰਹ ਫੁੱਲ ਹੀ ਹੋਣਾ ਚਾਹੀਦਾ ਹੈ, ਫੁੱਲ ਤਾਨ ਹੋਣਾ ਚਾਹੀਦਾ। ਫੁੱਲ ਤਾਨ ਹੋਣਾ ਚਾਹੀਦਾ। ਠੀਕ ਹੋ ਗਿਆ। ਤੇ ਆਇਓ ਜ਼ਰਾ ਬਾਰੀ। ਅੱਛਾ ਆਬਦ ਭਾਈ, ਇਹ ਤੁਸੀਂ ਦੱਸਿਆ ਬੜਾ ਜ਼ਬਰਦਸਤ ਸਾਨੂੰ ਤਰੀਕਾ ਕਿ ਇਹ ਮਾਮਲਾ ਜਿਹੜਾ ਨਾ ਇਸ ਤਰ੍ਹਾਂ ਤੁਸੀਂ ਨਾਲ ਦੇਣੀ ਹੈ ਤਾਂ ਕਿ ਉਹਨੂੰ ਅਥਰੂ ਵੀ ਨਾ ਦਾ ਉਤਰੇ ਤੇ ਸਿਰ ਦੀ ਵੀ ਪੋਜੀਸ਼ਨ ਤੁਸੀਂ ਦੱਸ ਛੜੀਏ ਨਵੇਂ ਬੰਦੇ ਵਾਸਤੇ, ਬਲਕਿ ਜਿਹੜੇ ਸਿਆਣੇ ਨੇ ਉਹਨਾਂ ਵਾਸਤੇ ਬੜਾ ਅਹਿਮ ਹੋ ਗਿਆ। ਹੁਣ ਅਸੀਂ ਅੱਗੇ ਚੱਲਦੇ ਹਾਂ ਥਣ ਦੇ ਮਸਾਇਲ ਦੇ ਵਿੱਚ। ਗਿਲਟੀ ਜਿਹੜੀ ਆ ਜਾਂਦੀ ਹੈ ਉਹਦੀ ਕੀ ਵਜ੍ਹਾ, ਕਿਉਂ ਗਿਲਟੀ ਆ ਜਾਂਦੀ ਹੈ? ਸਰ ਜਦੋਂ ਇਹ ਜਿਹੜਾ ਹੈ ਨਾ ਪਹਿਲਣਾ ਮੱਝਾਂ ਹੁੰਦੀਆਂ ਨੇ ਨਾ ਜੀ, ਪਹਿਲਣਾ ਮੱਝਾਂ ਨੂੰ ਇਹਨਾਂ ਨੂੰ ਪਾਉਂਦੀ ਸੋਜ। ਅੱਛਾ। ਕਈ ਮੱਝਾਂ ਸੋਜਾਂ ਜਿਹੜੀਆਂ ਨੇ ਉਹ ਕੱਢ ਜਾਂਦੀਆਂ ਨੇ, ਕਈ ਨਹੀਂ ਕੱਢਦੀਆਂ ਨੇ। ਉਹਦੇ ਵਾਸਤੇ ਇਹ ਚੀਜ਼ ਹੈ ਕਿ ਉਹਦੇ ਵਾਸਤੇ ਸੋਜ ਪੈ ਜਾਂਦੀ ਹੈ। ਹਾਂਜੀ ਸੋਜ ਪੈ ਜਾਂਦੀ ਉਹਦੇ ਵਾਸਤੇ। ਸੋਜ ਜਿਸਮ ਦੇ ਅੰਦਰ ਨਹੀਂ ਥਣ ਦੇ ਅੰਦਰ। ਥਣ ਦੇ ਅੰਦਰ, ਠੀਕ ਹੋ ਗਿਆ। ਉਹਦੇ ਵਾਸਤੇ ਵੀ ਮਸਾਲਾ ਹੈਗਾ ਜੀ ਕਿ ਤੁਸੀਂ ਅੱਧਾ ਕਿਲੋ ਚੀਨੀ ਹੋਵੇ ਜੀ, ਅੱਛਾ, ਤੇ ਛਟਾਕੀ ਕਲਮੀ ਸ਼ੋਰਾ, ਛਟਾਕੀ ਜੌਂ ਖਾਰ, ਛਟਾਕੀ ਠਿਕੜੀ ਨਿਸ਼ਾਦਰ। ਕੀ ਬਾਤ ਹੈ। ਇਹ ਚਾਰ ਚੀਜ਼ਾਂ ਜਿਹੜੀਆਂ ਨਾ ਜੇ ਤੁਸੀਂ ਵੇਖ ਰਹੇ ਨੇ ਜੇ ਨਹੀਂ ਜਾ ਰਹੀ ਹੈ, ਹਾਂ, ਉਹ ਜਿਹੜੀ ਇਲਸ ਜੀ ਹੈ ਜੀ, ਉਹਨੂੰ ਇਲਸ ਕਹਿੰਦੇ ਨੇ। ਅੱਛਾ, ਕੀ ਕਹਿੰਦੇ ਨੇ? ਇਲਸ। ਉਹ ਜਿਹੜੀ ਗਿਲਟੀ ਹੁੰਦੀ ਹੈ। ਹਾਂਜੀ ਇਲਸ ਕਹਿੰਦੇ ਨੇ। ਠੀਕ ਹੋ ਗਿਆ। ਜੇ ਉਹ ਨਹੀਂ ਨਾ ਜਾ ਰਹੀ, ਤੁਸੀਂ ਅੱਧਾ ਕਿਲੋ ਚੀਨੀ ਤੇ ਛਟਾਕੀ ਕਲਮੀ ਸ਼ੋਰਾ, ਛਟਾਕੀ ਜੌਂ ਖਾਰ, ਛਟਾਕੀ ਠਿਕੜੀ ਨਿਸ਼ਾਦਰ। ਅੱਛਾ। ਇਹ ਚਾਰ ਚੀਜ਼ਾਂ ਜਿਹੜੀਆਂ ਨਾ ਤੁਸੀਂ ਉਹਨੂੰ 4 ਡੰਗ ਦੇਣੀਆਂ ਨੇ। ਅੱਧਾ ਕਿਲੋ ਚੀਨੀ ਦੇ ਵਿੱਚ ਛਟਾਕੀ ਹੋ 4 ਦਿਨ ਤੁਸੀਂ ਦੇਣੀਆਂ ਨੇ। ਇਨਸ਼ਾਅੱਲਾ ਜਿਹੜਾ ਨਾ ਉਹ ਜਿਹੜਾ ਥਣ ਵੀ ਬਿਲਕੁਲ ਸਾਫ਼ ਹੋ ਜਾਵੇਗਾ, ਚੁਆ ਵੀ ਚੰਗਾ ਆਵੇਗਾ ਤੇ ਦੁੱਧ ਨਾਲ ਵੀ ਉਹਦੇ ਤੋਂ ਫਰਕ ਪਵੇਗਾ। ਸਾਡੇ ਇੱਕ ਦੋਸਤ ਨੇ ਸਾਨੂੰ ਪੁੱਛਿਆ ਕਿ ਥਣ ਵਿੱਚ ਗਿਲਟੀ ਆ ਗਈ ਹੈ। ਉਹ ਗਿਲਟੀ ਇੱਕ ਹੀ ਗਿਲਟੀ ਹੈ, ਯਾਨੀ ਸਾਇੰਸ ਇਹ ਕਹਿੰਦੀ ਹੈ ਕਿ ਥਣ ਦੇ 2 ਸੁਰਾਖ ਹੁੰਦੇ ਨੇ, ਇੱਕ ਉੱਤੇ ਗੰਢ ਦੇ ਕੋਲ ਹੁੰਦਾ, ਇੱਕ ਥੱਲੇ ਮੂੰਹ ਦੇ ਹੁੰਦਾ। ਯਾਨੀ ਉਹਨੂੰ ਦਬਾਈਏ ਨਾ ਉਤੋਂ ਦੁੱਧ ਥੱਲੇ ਆਉਂਦਾ ਤੇ ਫਿਰ ਉਹ ਬਾਹਰ ਨਿਕਲਦਾ। ਉਹ ਗਿਲਟੀ ਜਿਹੜੀ ਹੈ ਉਹਨਾਂ ਕਿਹਾ ਗਿਲਟੀ ਵਿੱਚ ਰੁਕ ਗਈ ਹੈ ਥਣ ਦੇ, ਦਬਾਈਏ ਤਾਂ ਟੁਰ ਜਾਂਦੀ ਹੈ, ਫਿਰ ਦਬਾਈਏ ਥੱਲੇ ਆ ਜਾਂਦੀ ਹੈ। ਜਿਹਨੂੰ ਥੱਲੇ ਆਉਂਦੀ ਹੈ ਤੇ ਉਹ ਦੁੱਧ ਨਹੀਂ ਬਾਹਰ ਨਿਕਲਦਾ, ਪਿਚਕਾਰੀ ਜੀ ਮਾਰਦੀ ਹੈ। ਤੇ ਜੇ ਉਹਨੂੰ ਦਬਾ ਕੇ ਥੋੜਾ ਜਿਹਾ ਤਾਂ ਕਰ ਲਈਏ ਗਿਲਟੀ ਜਿਹੜੀ ਵਿੱਚ ਬਣੀ ਹੈ ਤੇ ਫਿਰ ਉਹ ਦੁੱਧ ਸਹੀ ਆਉਂਦਾ। ਤੇ ਜੇ ਦੁੱਧ ਸਹੀ ਆਉਂਦਾ ਤੇ ਫਿਰ ਵੀ ਉਹਦਾ ਇਲਾਜ ਕਰਨਾ ਚਾਹੀਦਾ ਗਿਲਟੀ ਦਾ, ਜਾਂ ਫਿਰ ਉਹ ਡਾਕਾ ਪਾ ਦੇ ਤੇ ਫੇਰ ਹੀ ਸ਼ੁਰੂ ਕਰੀਏ ਇਲਾਜ। ਗਿਲਟੀ ਦਾ ਫਿਰ ਕੀ ਇਲਾਜ ਕਰੀਏ? ਜਿਹੜੀ ਚੀਜ਼ ਥਣ ਦੇ ਵਿੱਚ ਆ ਜਾਂਦੀ ਹੈ ਨਾ ਉਹਦਾ ਇਲਾਜ ਤਾਂ ਜ਼ਰੂਰੀ ਹੋ ਜਾਂਦਾ। ਜੀ ਬਿਲਕੁਲ ਜ਼ਬਰਦਸਤ, ਸਹੀ ਕਿਹਾ। ਠੀਕ ਹੈ, ਜੇ ਅਗਰ ਗਿਲਟੀ ਉੱਤੇ ਤੋਂ ਥੱਲੇ ਵੀ ਆ ਸਕਦੀ ਹੈ, ਉਹ ਫਿਰ ਸਾਰਾ ਤੁਮ ਬੰਦ ਕਰ ਦੇਵੇਗੀ। ਇਹ ਪੈਂਦੀ ਮੂੰਹ ਸੜੀ ਜੀ, ਹਾਂ, ਥੱਲੋਂ ਨੂੰ ਜਿਹੜੀ ਦਾਰ ਥੱਲੇ ਨੂੰ ਆਵੇ ਤਾਂ ਨੂੰ ਚੜ ਜਾਂਦੀ, ਇਹ ਥੱਲੋਂ ਪੰਦੀ ਮੂੰਹ ਸੜੀ ਜੀ। ਅੱਛਾ। ਕਈ ਆਪਰੇਸ਼ਨ ਕਰ ਦਿੰਦੇ ਨੇ, ਆਪਰੇਸ਼ਨ ਕਰਕੇ ਠੀਕ ਕਰ ਲੈਂਦੇ ਨੇ, ਲੇਕਿਨ ਉਹ ਕਾਮਯਾਬ ਤਾਂ ਨਹੀਂ ਨਾ ਹੁੰਦਾ। ਥਣ ਤਾਂ ਉਹੀ ਹੁੰਦਾ ਨਾ ਜਿਹੜਾ ਅਸਲ ਚੱਲਦਾ ਹੋਵੇ। ਅੱਛਾ, ਠੀਕ ਹੈ। ਅੱਛਾ, ਗਿਲਟੀ ਦੀ ਕੀ ਵਜੂਹਾਤ ਨੇ, ਕਿਉਂ ਗਿਲਟੀ ਆ ਜਾਂਦੀ ਹੈ ਵਿੱਚ? ਇਹ ਸਰ ਕੋਈ ਇਲਸਾਂ ਪਾ ਜਾਂਦੀਆਂ ਨੇ, ਕੋਈ ਨਾੜ ਪਾ ਜਾਂਦੀਆਂ ਨੇ ਬਾਦੀ ਦੀ ਵਜ੍ਹਾ ਤੋਂ, ਜਿਵੇਂ ਕਿ ਸਾੜੂ ਕੀਤਾ ਪਤਾ ਨਾ ਚੱਲਿਆ, ਉਹ ਜਿਹੜਾ ਨਾ ਵਿੱਚ ਜੰਮਦਾ ਰਿਹਾ ਜਿਹੜਾ ਹੈਗਾ ਨਾਰਾ, ਉਹ ਪਤਾ ਨਾ ਚੱਲਿਆ। ਗੱਭਣ ਮੱਝ ਜਿਹੜੀ ਜ਼ਿਆਦਾ ਗੱਭਣਾ ਮੱਝਾਂ ਸਾੜੂ ਕਰ ਜਾਂਦੀਆਂ ਨੇ। ਅੱਛਾ। ਉਹ ਫਿਰ ਨਾਰਾ ਵਿੱਚ ਜੰਮਿਆ ਰਹਿੰਦਾ, ਪਤਾ ਨਹੀਂ ਲੱਗਦਾ, ਉਹ ਫਿਰ ਵਿੱਚ ਇਲਸ ਬਣ ਜਾਂਦੀ ਹੈ। ਉਹ ਹੈ ਮਸਲਾ ਹੈ ਜੀ। ਉਹਦੇ ਵਾਸਤੇ ਤੁਸੀਂ ਇਹ ਜਿਹੜੇ ਤੁਹਾਨੂੰ ਮਸਾਲੇ ਦੱਸੇ ਨੇ ਇਹ ਦਿਓਗੇ ਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਠੀਕ ਹੋ ਜਾਵੇਗੀ। ਇਹ ਤੁਸੀਂ ਬੜਾ ਪੁਆਇੰਟ ਦੱਸਿਆ ਕਿ ਮੱਝ ਗੱਭਣ ਹੋ ਗਈ ਹੈ, ਉਹਦਾ ਦੁੱਧ ਚੋਣਾ ਛੱਡ ਦਿੱਤਾ ਹੈ ਤੇ ਥਣ ਨੂੰ ਜ਼ਾਹਰ ਹੈ ਨਾ ਹੱਥ ਲੱਗਣਾ ਨਾ ਪਤਾ ਲੱਗਣਾ। ਤੇ ਜਿਹੜੀ ਮੱਝ ਗੱਭਣ ਹੈ ਉਹਦਾ ਥਣ ਫਿਰ ਕਿਸ ਤਰ੍ਹਾਂ ਚੈੱਕ ਕਰੀਏ? ਉਹਨੂੰ ਹੱਥ ਛੱਤ ਲਾ ਕੇ ਵੇਖੀਏ ਕੋਈ ਮਸਲਾ ਤੇ ਨਹੀਂ ਉਹਨੂੰ ਬਣਦਾ ਪਿਆ ਜਾਂ ਗਿਲਟੀ ਸ਼ਿਲਟੀ ਤਾਂ ਨਹੀਂ ਬਣਦੀ ਪਈ? ਸਰ ਉਹਨੂੰ ਖੁਦ ਬਖੁਦ ਤੁਹਾਨੂੰ ਪਤਾ, ਉਹਨੂੰ ਇਹ ਤੁਹਾਨੂੰ ਪਤਾ ਚੱਲ ਜਾਣਾ ਹੈ। ਤੇ ਜਦੋਂ ਤੁਸੀਂ ਡੇਲੀ ਆਪਦੇ ਡੰਗਰਾਂ ਨੂੰ ਦੇਖਦੇ ਜੇ ਨਾ ਕਿ ਆ ਹੁਣ ਸਾਡੇ ਡੰਗਰ ਬਿਲਕੁਲ ਠੀਕ ਖੜੇ ਨੇ, ਇਹਨਾਂ ਦੇ ਥਣਾਂ ਨੂੰ ਕੋਈ ਪ੍ਰੋਬਲਮ ਨਹੀਂ, ਜਾਂ ਹੀ ਤੁਹਾਡੀ ਮੱਝ ਸਾੜੂ ਕਰੇਗੀ, ਉਹ ਥਣ ਵੀ ਲਾਲ ਹੋਵੇਗਾ ਤੇ ਉਹਦੇ ਉੱਤੇ ਸੋਜ ਵੀ ਹੋਵੇਗੀ। ਠੀਕ ਹੈ, ਠੀਕ ਹੈ ਨਾ। ਤੇ ਇਹ ਜਿਹੜੀ ਸੋਜ ਉਹ ਕਿਉਂ ਹੁੰਦੀ ਹੈ ਭਲਾ? ਸਾੜੂ ਦੀ ਵਜ੍ਹਾ ਨਾਲ ਹੀ ਹੁੰਦੀ ਹੈ ਨਾ। ਇਸ ਤੋਂ ਇਲਾਵਾ ਤਾਂ ਨਹੀਂ ਕੋਈ ਪੈਰ ਥੱਲੇ ਆ ਜਾਣਾ ਜਾਂ ਉਂਝ ਕਿ ਦਬ ਲੱਗ ਜਾਣਾ? ਥੱਲੇ ਵੀ ਆ ਜਾਵੇ ਤਾਂ ਸੋਜ ਆ ਜਾਂਦੀ ਹੈ। ਅੱਛਾ। ਲੇਕਿਨ ਫਿਰ ਵੀ ਤੁਹਾਡਾ ਹੱਕ ਤਾਂ ਬਣਦਾ ਨਾ ਕਿ ਉਹਨੂੰ ਚੈੱਕ ਕਰੋ। ਹਾਂ, ਇਹ ਸਾੜੂ ਕੀਤੀ ਖਲੋਤੀ, ਪੈਰ ਆਇਆ, ਕੀ ਗੱਲ ਕੀ ਬਾਤ, ਚੈੱਕ ਤੁਹਾਨੂੰ ਕਰਨਾ ਹੀ ਹੈ ਨਾ। ਠੀਕ ਹੋ ਗਿਆ। ਅੱਛਾ, ਲੋਕ ਨਾੜ ਕਰਦੇ ਨੇ, ਅਸੀਂ
ਨਾੜ ਦਾ ਵੀ ਜਿਹੜਾ ਨਾ ਉਹਦੀ ਵੀ ਤਹਿਕੀਕ ਕੀਤੀ, ਉਹਨਾਂ ਕਿਹਾ ਨਾੜ ਕੋਈ ਨਹੀਂ ਹੁੰਦੀ, ਜਿਹੜੇ ਥਣ ਦੇ ਵਿੱਚ ਇੱਕ ਚਰਬੀ ਜੀ ਹੁੰਦੀ ਹੈ ਨਾ ਉਹ ਅੱਗੇ ਆ ਜਾਂਦੀ ਹੈ, ਉਹਦਾ ਮੂੰਹ ਬੰਦ ਹੋ ਜਾਂਦਾ ਜੀ ਜੀ। ਤੇ ਪੰਜਾਬੀ ਲੋਕ ਅਸੀਂ ਸਿਆਣੇ ਝਟਕੇ ਲੋਕ ਉਹਨੂੰ ਫਿਰ ਨਾੜ ਕਹਿੰਦੇ ਆ। ਨਾੜ ਹੀ ਆ ਜਾਂਦੀ ਹੈ ਨਾ ਜੀ, ਇਹ ਮਤਲਬ ਚਰਬੀ ਦੀ ਲਹਿਰ ਜੀ ਬਣ ਜਾਂਦੀ ਹੈ। ਹਾਂਜੀ ਉਹ ਬਿਲਕੁਲ ਇਸ ਤਰ੍ਹਾਂ। ਉਹਦਾ ਇਲਾਜ ਕੋਈ ਮੁਮਕਿਨ ਹੈ? ਉਹ ਵੀ ਹੈ ਜਿਹੜਾ ਤੁਹਾਨੂੰ ਦੱਸਿਆ, ਇਹ ਚੀਨੀ ਤੇ ਕਲਮੀ ਸ਼ੁਰਾ ਜੌਂ ਖਾੜ ਨਿਸ਼ਾਦਾ ਟਿਕੜੀ, ਇਹ ਇਨਸ਼ਾਅੱਲਾ ਉਹ ਨਾੜ ਵੀ ਗਾਲ ਦਿੰਦੇ। ਤੇ ਕੀ ਬੰਦ ਥਣ ਵੀ ਖੋਲ ਦੇਗੀ? ਅਗਰ ਗੱਭਣ ਮੱਝ ਹੋਵੇ ਤੇ ਤੁਸੀਂ ਉਹਨਾਂ ਵਾਸਤੇ ਇਹ ਕੰਮ ਕਰਨਾ ਹੈ ਕਿ ਦੇਸੀ ਜਿਹੜਾ ਨਹੀਂ ਹੈ ਥੋਮ ਇਹ ਲੈ ਲੈਣਾ। ਅੱਛਾ। ਤੇ ਆ ਜਿਹੜੇ ਜਮਾਉਣੇ ਜੇ ਹੁੰਦੇ ਨੇ ਆਪਣੇ ਕੋਲ ਦੇਸੀ ਜਿਨ੍ਹਾਂ ਵਿੱਚ ਦੁੱਧ ਰਿੜਕਣੇ ਆ। ਅੱਛਾ ਠੀਕ ਹੈ। ਇਹ ਹੋਵੇ ਤੇ ਦੂਸਰਾ ਨਾ ਲੱਸੀ ਹੋਵੇ 4-5 ਕਿਲੋ, ਉਹਦੇ ਵਿੱਚ ਉਹਨੂੰ ਜਿਹੜਾ ਨਾ ਰੱਖ ਦਿਓ, ਉਹਨੂੰ 8-10 ਦਿਨ ਉਹ ਪਿਆ ਹੀ ਰਵੇ। ਅੱਛਾ ਠੀਕ ਹੈ। 8-10 ਦਿਨ ਬਾਅਦ ਉਹ ਦੇ ਦਿਓ। ਮੱਝ ਸੂਣ ਵਾਲੀ ਹੋਵੇ 2-3 ਮਹੀਨੇ ਰਹਿੰਦੀ ਹੋਵੇ, ਉਹਨੂੰ ਦੇ ਦਿਓ 3-4 ਦਫਾ, ਇਨਸ਼ਾਅੱਲਾ ਉਹ ਵੀ ਕੱਢ ਦਿਓ। ਜ਼ਬਰਦਸਤ। ਤੇ ਜਿਹੜਾ ਫੁਟਕੀਆਂ ਤੁਸੀਂ ਦੱਸਦੇ ਪਏ ਕਿ ਪਿਚਕਾਰੀਆਂ ਬਣਦੀਆਂ ਨੇ, ਫੁਹਾਰਾ ਬਣਦਾ, ਉਹਦਾ ਕੀ ਇਲਾਜ ਕਰੀਏ? ਫੁਹਾਰਾ ਤਾਂ ਸ਼ੁਰੂ ਤੋਂ ਹੀ ਬਣਦਾ ਹੈ ਨਾ ਜੀ, ਜਾਂ ਮੂੰਹ ਸੜੀ ਨਾਲ ਬਣਦਾ ਹੈ ਫੁਹਾਰਾ ਤਾਂ, ਜਾਂ ਮੂੰਹ ਸੜੀ ਨਾਲ ਬਣਦਾ, ਜਾਂ ਸ਼ੁਰੂ ਤੋਂ ਹੀ ਕੋਈ ਮੱਝ ਜਿਹੜੀ ਹੈ ਨਾ ਉਹਦਾ ਤੁੰਮ ਕੱਢਣ 'ਚ ਖਰਾਬੀ ਆ ਜਾਂਦੀ ਹੈ। ਸਹੀ ਹੋ ਗਿਆ। ਜ਼ਬਰਦਸਤ ਜ਼ਬਰਦਸਤ। ਅੱਛਾ ਆਬਦ ਭਾਈ, ਥਣ ਦੇ ਬੇਸ਼ੁਮਾਰ ਮਸਾਇਲ ਸਨ ਜਿਹੜੇ ਅਹਮ ਸਨ, ਉਹਨਾਂ ਤੇ ਅਸੀਂ ਗੁਫ਼ਤਗੂ ਕਰ ਲਈਏ। ਬਾਕੀ ਜਿਹੜੇ ਛੋਟੇ ਮੋਟੇ ਨੇ ਉਹ ਤੁਹਾਡੇ ਨਾਲ ਫੇਰ ਇਨਸ਼ਾਅੱਲਾ ਰਾਬਤਾ ਰਹੇਗਾ, ਤੁਹਾਨੂੰ ਪੁੱਛਦੇ ਰਵਾਂਗੇ। ਬਹੁਤ ਸ਼ੁਕਰੀਆ, ਜਜ਼ਾਕੱਲਾ, ਅਸਲਾਮ ਅਲੈਕੁਮ।